institutions. They have killed almost now PSPCL. They are dying slowly. It's a slow death for PSPCL because ਮੇਰੀ ਅਗਲੀ ਗੱਲ ਹੈ, ਬਹੁਤ ਅੱਛਾ ਸਵਾਲ ਮਿਸਟਰ ਸੂਦ ਇਹਨਾਂ ਦਾ ਆਰਟੀਕਲ ਵੀ ਚੱਲਦੇ ਮੈਂ ਪਹਿਲੇ ਪੜ੍ਹਿਆ ਮੈਂ ਉਹਦੇ ਉੱਤੇ ਸਟੇਟਮੈਂਟ ਵੀ ਦਿੱਤੀ। ਵੇਖੋ ਜਿਹੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ PSPCL ਹੈ ਜਿਹੜਾ ਇਹ ਇੰਸਟੀਟਿਊਸ਼ਨ ਉਹ ਹੈ ਜਿਹੜਾ ਬਿਜਲੀ ਜਿਹੜੀ ਅੱਜ ਇੱਕ ਨੈਸੈਸਿਟੀ ਹੈ ਸਾਰਿਆਂ ਨੂੰ ਵੱਡੀ ਕੰਜ਼ਿਊਮਰਸ ਵਾਸਤੇ, ਘਰਾਂ ਵਾਸਤੇ, ਇੰਡਸਟਰੀ ਵਾਸਤੇ, ਐਗਰੀਕਲਚਰ ਸੈਕਟਰ ਵਾਸਤੇ, ਹਰ ਸੈਕਟਰ ਵਾਸਤੇ ਉਸ ਇੰਸਟੀਟਿਊਸ਼ਨ ਦਾ ਅੱਜ ਜਿਹੜਾ ਉਹਦੇ ਤੇ ਬੋਝ ਹੈ ਉਹ ਤਕਰੀਬਨ 25,000 ਕਰੋੜ ਦਾ ਕਰਜ਼ਾ ਹੈ PSPCL। ਇਸ ਸਾਲ ਕੱਲੇ 1 ਸਾਲ ਦੀ ਜਿਹੜੀ ਸਬਸਿਡੀ ਹੈ ਬਿਜਲੀ ਦੀ, ਕਿਉਂਕਿ ਆ ਨਵੀਆਂ ਸਬਸਿਡੀਜ਼ ਵੀ ਐਡ ਕਰ ਰਹੀ ਹੈ ਗਵਰਨਮੈਂਟ, 17,500 ਕਰੋੜ ਰੁਪਏ ਦੀ ਵੱਡੀ ਹੈ ਸਾਲ। ਪਿੱਛੇ ਅੱਜ ਤੋਂ 5-7 ਦਿਨ ਪਹਿਲੇ ਕੋ 5 ਮਿਨਿਸਟਰ ਬਿਠਾ ਕੇ ਸਾ ਹਰਪਾਲ ਸਿੰਘ ਚੀਮਾ ਨੇ ਇਹ ਗੱਲ ਕਹੀ ਸੀ ਕਿ ਸਾਨੂੰ, ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹੁੰਦਾ ਪੰਜਾਬ ਵਾਲਿਆਂ ਨੂੰ, ਸਾਡੇ ਵਿੱਤੀ ਹਾਲਾਤ ਬਹੁਤ ਅੱਗੇ ਨੂੰ ਸੁਧਰ ਗਏ ਨੇ, ਸਾਨੂੰ ਬਹੁਤ ਸਾਰੇ ਐਕਸਟਰਾ ਪੈਸਾ ਆ ਰਿਹਾ, ਸਾਨੂੰ GST ਦੀਆਂ, ਸਾਨੂੰ ਵੈਟ ਦੀਆਂ ਕਲੈਕਸ਼ਨਸ ਵੱਧ ਗਏ, ਐਕਸਾਈਜ਼ ਦੀਆਂ ਕਲੈਕਸ਼ਨਸ ਵੱਧ ਗਈਆਂ, ਪੈਸੇ ਦੀ ਕੋਈ ਕਮੀ ਨਹੀਂ ਰਹਿ ਗਈ। ਮੈਂ ਪੁੱਛਣਾ ਚਾਹੂੰਗਾ ਹਰਪਾਲ ਸਿੰਘ ਚੀਮਾ ਜੀ, ਉਹ ਘੱਟ ਤੋਂ ਘੱਟ ਇੱਕ ਇੰਸਟੀਟਿਊਸ਼ਨ ਹੈ ਜਿਹਦਾ 17,500 ਕਰੋੜ ਰੁਪਈਆ ਤੁਸੀਂ ਵਾਪਸ ਦੇਣਾ, ਵਾਪਸੀ ਤੁਸੀਂ ਕੀਤੀ ਨਹੀਂ 5300 ਕਰੋੜ ਰੁਪਏ ਦੀ, ਇਹ ਕਿੰਨਾ ਚਿਰ ਚੱਲ ਸਕੇਗਾ? ਬਹੁਤ ਅੱਛਾ ਤੁਹਾਡਾ ਸਵਾਲ ਹੈ। ਹਾਂਜੀ, ਅੱਛਾ ਦੂਸਰੀ ਗੱਲ, ਹੁਣ ਸੈਂਟਰਲ ਗਵਰਨਮੈਂਟ ਕੋ ਇਹ ਬਿਜਲੀ ਖਰੀਦਦੇ, ਸੈਂਟਰ ਨੇ ਇੱਕ ਤਰਮੀਮ ਕਰ ਦਿੱਤੀ ਕਾਨੂੰਨ ਲੈ ਅੰਦਰ ਕਿ ਜੇ ਕੋਈ ਸਾਨੂੰ ਪਾਵਰ ਜਿਹੜੀ ਉੱਥੋਂ ਅਸੀਂ ਸੈਂਟਰ ਚੋਂ ਖਰੀਦਣਾ, ਜੇ ਟਾਈਮ ਸਿਰ ਪੇਮੈਂਟ ਨਹੀਂ ਕਰਦੇ, ਪਹਿਲੇ ਤੇ ਉਹਨਾਂ ਤੇ ਜਿਹੜਾ ਹੈ ਉਹਦੇ ਤੇ 18% ਇੰਟਰਸਟ ਤੇ ਉਹਨੂੰ ਲੇਟ ਪੇਮੈਂਟ ਦੇ ਪੈਸੇ ਦੇਣੇ ਪੈਣਗੇ। ਹੁਣ PSPCL ਨੇ ਇਸ ਸਾਲ 'ਚ ਸਰਦਿਆਲ ਸਿੰਘ ਜੀ 2 ਵਾਰ ਕਰਜ਼ਾ ਚੁੱਕਿਆ, ਇੱਕ ਵਾਰ 1500 ਕਰੋੜ ਦਾ, ਹੁਣ 1000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ, ਸੋ ਦੈਟ ਜਿਹੜੇ ਪੈਂਡਿੰਗ ਬਿੱਲ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਵਾਪਸੀ ਕਰ ਸਕੇ। ਸਭ ਗਵਰਨਮੈਂਟ ਆਫ ਪੰਜਾਬ ਉਹਨੂੰ ਪੈਸੇ ਦੇਗੀ ਤਾਂ ਉਹ ਬਿੱਲ ਅੱਗੇ ਉਤਾਰਨਗੇ ਜੀ। ਸਾਨੂੰ ਆਪਣੇ ਬਿੱਲ ਉਤਾਰਨ ਵਾਸਤੇ ਕਰਜ਼ਾ ਚੁੱਕਿਆ, ਇਹ ਕਿੰਨਾ ਚਿਰ ਮੈਨੂੰ ਦੱਸੋ ਇਹ ਚੱਲੇਗੀ? ਇਹ ਤਾਂ ਤੁਹਾਡਾ ਸਾਲ ਨਹੀਂ ਤਾਂ 2 ਸਾਲ ਬਾਅਦ ਇੰਸਟੀਟਿਊਸ਼ਨ ਇਹ ਵੀ ਬੰਦ ਹੋ ਜਾਏਗਾ। ਇਸ ਤਰ੍ਹਾਂ PRTC ਦੀ ਗੱਲ ਕੀਤੀ, ਇਸ ਤਰ੍ਹਾਂ ਗਵਰਨਮੈਂਟ ਦੇ ਸਾਰੇ ਇੰਸਟੀਟਿਊਸ਼ਨ ਜਿਹੜੇ ਇਹਨਾਂ ਵੱਲ ਧਿਆਨ ਇਹਨਾਂ ਦਾ ਕੋਈ, ਸੋ ਇਹ ਇੱਥੇ ਵਿਸ਼ੇਸ਼ ਇਹਨਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ, ਬਾਕੀ ਕੰਮ ਵੀ ਕਰੋ ਬਟ ਇੱਧਰ ਧਿਆਨ ਦਿਓ ਤੇ ਨਿਰਾਈ ਪੇਡ ਨਿਊਜ਼ ਆਪਣੇ ਇੱਕ ਪੂਰੇ ਵਰਕੇ ਜਿਹੜੇ ਨੇ ਅਖਬਾਰਾਂ ਵਿੱਚ ਛਾਪ ਕੇ, ਟੀਵੀ ਦੇ ਵਿੱਚ ਝੂਠੀਆਂ ਐਡਸ ਦੇ ਕੇ ਬਹੁਤਾ ਵਕਤ ਨਹੀਂ ਨਿਕਲਣਾ ਤੇ ਸਹੀ ਮੈਨੇ ਦੇ ਵਿੱਚ ਔਨ ਗਰਾਊਂਡ ਕਰ। ਹਾਂਜੀ, ਕਲੀਅਰ ਕਰ, ਭਾਵੇਂ ਭਾਰਤ ਭੂਸ਼ਣ ਆਸ਼ੂ ਜੀ ਦਾ ਹੋਏ, ਭਾਵੇਂ ਸਾਧੂ ਸਿੰਘ ਜੀ ਦਾ ਹੋਏ, ਭਾਵੇਂ ABCD ਕਿਸੇ ਦਾ ਵੀ, ਸਾਰਿਆਂ ਨੂੰ ਪਹਿਲੀ ਤੇ ਅਸੀਂ ਭਗਵੰਤ ਮਾਨ ਨੂੰ ਇੱਕੋ ਗੱਲ ਕਰਨੀ ਹੈ, ਜੇ ਤੇਰੇ ਗੋਡਿਆਂ 'ਚ ਜਾਨ ਹੈ, ਜੇ ਤੂੰ ਸਹੀ ਮੈਨੇ 'ਚ ਕਹਿੰਦਾ ਕਿ ਮੈਂ ਇਮਾਨਦਾਰੀ ਦੇ ਨਾਲ ਹਰ ਬੰਦੇ ਨੂੰ ਬਰਾਬਰੀ ਦੀ ਅੱਖ ਨਾ ਵੇਖਣਾ, ਪਹਿਲੇ ਕੈਪਟਨ ਅਮਰਿੰਦਰ ਸਿੰਘ ਤੇ 1200 ਕਰੋੜ ਰੁਪਏ ਦਾ ਰਣਦੀਪ ਸਿੰਘ ਨਾਭੇ ਨੇ ਇੱਕ ਚਿੱਠੀ ਲਿਖੀ ਸੀ ਪ੍ਰਾਈਮ ਮਿਨਿਸਟਰ ਨੂੰ ਕਿ ਜਿਹੜੀ ਤੁਸੀਂ ਸਬਸਿਡੀ ਐਗਰੀਕਲਚਰ ਇੰਪਲੀਮੈਂਟਸ ਤੇ ਕੱਲੀ ਸੀ, ਜਿਹੜੇ ਕੋਈ 34 ਇਸ ਕਿਸਮ ਦੇ ਬੈਂਕ ਬਣਨੇ ਸੀ ਐਗਰੀਕਲਚਰ ਮਸ਼ੀਨਰੀ ਦੇ ਬਠਿੰਡੇ, 3400 ਕਰੋੜ ਰੁਪਏ ਦਾ ਗਬਨ ਹੋਇਆ, ਉਦੋਂ ਇੰਚਾਰਜ ਕੈਪਟਨ ਅਮਰਿੰਦਰ ਸਿੰਘ ਸੀ। ਮੈਂ ਭਗਵੰਤ ਸਿੰਘ ਮਾਨ ਨੂੰ ਕਹਿਣਾ ਕਿ ਤਕੜੇ ਹੋ ਕੇ ਵਿਜੀਲੈਂਸ ਨੂੰ ਕੱਲ ਕੇਸ ਵੇਖੀਏ ਤੇਰੇ 'ਚ ਜਾਣ ਕਿੰਨੀ ਕਿ ਅਕਰਾ ਕੈਪਟਨ ਅਮਰਿੰਦਰ ਸਿੰਘ ਦੀ, ਇਸ ਤੋਂ ਕਲੀਅਰ ਕੱਟ ਕੇਸ ਕਿਹੜਾ ਹੋ ਸਕਦਾ? ਦੂਜੀ ਗੱਲ ਹੈ, ਆਪਣੇ ਬੰਦੇ ਵੀ ਅਸੀਂ ਲਿਸਟ ਦੇਣੇ ਆ, 11 MLA ਇਹੋ ਜਿਹੇ ਨੇ ਜਿਹਨੇ ਪਿਛਲੇ 6 ਮਹੀਨੇ ਮਾਲਵੇ ਦੇ ਵਿੱਚ ਟਰੱਕ ਯੂਨਿਟਸ ਤੇ ਕਬਜ਼ਾ ਕੀਤਾ ਤੇ ਹਰ ਟਰੱਕ ਯੂਨੀਅਨ ਨੂੰ 2 ਤੋਂ ਲੈ ਕੇ 7 ਕਰੋੜ ਰੁਪਈਆ ਪਾਈ। ਫਿਰ ਆ 3 ਮਾਜਰੇ ਆਏ ਨੇ, ਫਿਰ ਇਹਨਾਂ ਦੇ 2 ਮੰਤਰੀ ਆਏ ਨੇ। ਮੈਨੂੰ ਇਹ ਪੁੱਛੋ, ਮੈਂ ਪੁੱਛਣਾ ਚਾਹੁੰਦਾ, ਇਹ ਕੇਜਰੀਵਾਲ ਸਾਹਿਬ CBI ਦਾ ਕੇਸ ਬਣ ਗਿਆ, ਮਨੀਸ਼ ਸਿਸੋਦੀਆ ਤਾਂ ਐਡਾ ਵੱਡਾ ਐਕਸਾਈਜ਼ ਦਾ ਸਕੈਮ ਹੋਇਆ, ਕੀ ਗੱਲ ਉਹਨੂੰ ਅਜੇ ਤੱਕ ਪਾਰਟੀ 'ਚੋਂ ਆਪਣੀ ਕੈਬਨਿਟ 'ਚ ਕਿਉਂ ਰੱਖਿਆ? ਅੱਜ ਦਾ ਸਤਿੰਦਰ ਜੈਨ ਨੂੰ ਕਿਹੜੀ ਗੱਲੋਂ ਰੱਖਿਆ ਜੀ? ਬਾਜਾ ਸਾਹਿਬ ਵੈਰੀ ਇੰਟਰਸਟਿੰਗ। ਤਾਂ ਆਹੀ ਗੱਲ ਮੈਂ ਇਹ ਗੱਲ ਕਹਿ ਰਿਹਾ, ਸਾਡਾ ਕੋਈ ਬੰਦਾ ਜਿਹਦੇ ਤੇ ਕੋਈ ਕੇਸ ਰਜਿਸਟਰ ਹੋਇਆ ਉਹ ਆਪਣੇ ਆਪ ਇੱਕੋ ਪੇਸ਼ ਹੋਇਆ, ਉਹ ਜੋ ਵੀ ਕਾਨੂੰਨ ਹੋਏਗਾ ਉਹਨੂੰ ਫੇਸ ਕਰੇਗਾ, ਬਟ ਅਲਟੀਮੇਟਲੀ ਕੋਰਟਸ ਡਿਸਾਈਡ ਕਰਨ, ਕਚਹਿਰੀਆਂ ਡਿਸਾਈਡ ਕਰਨਗੇ। ਜਦੋਂ ਕਚਹਿਰੀ ਡਿਸਾਈਡ ਕਰੇਗੀ ਉਸ ਤੋਂ ਬਾਅਦ ਫਿਰ ਪਾਰਟੀ ਵਿਚਾਰੇਗੀ। ਉਹਨਾਂ ਚਿਰ ਤੇ ਸਾਰੇ ਆਦਮੀ ਆਪਣੀ ਆਪਣੀ ਲੜਾਈ ਲੜ ਰਹੇ ਨੇ। ਬਾਜਵਾ ਸਾਹਿਬ ਤੁਸੀਂ ਡਿਸਪਲਿਨ ਦੀ ਗੱਲ, ਮੈਂ ਕਹਿੰਦਾ ਕਾਂਗਰਸ 'ਚ ਬੜਾ ਕੁਝ ਰਿਹਾ, ਅਮਰਿੰਦਰ ਸਿੰਘ 'ਚ ਕੁਝ ਨਹੀਂ ਰਿਹਾ।
ਜਿੰਨਾ ਚਿਰ ਅਮਰਿੰਦਰ ਸਿੰਘ ਕਾਂਗਰਸ ਤੋਂ ਬਾਹਰ ਹੈ, ਇੱਕ ਇਲੈਕਸ਼ਨ ਨਹੀਂ ਕਦੀ ਜਿੱਤਿਆ ਪਟਿਆਲੇ 'ਚ। ਇਹਦੀ ਤਾਕਤ ਨਹੀਂ ਸੀ। ਮਹਾਰਾਜਾ ਪਟਿਆਲਾ ਹੋਣ ਦੇ ਬਾਵਜੂਦ ਇਹ ਸ਼ਹਿਰ ਇਹਦੇ ਬਜ਼ੁਰਗਾਂ ਨੇ, ਬਾਬਾ ਆਲਾ ਸਿੰਘ ਨੇ ਵਸਾਏ। ਤੁਹਾਨੂੰ ਪਤਾ ਹੈ ਇਹ ਆਲੇ ਦੀ ਉਹ ਪੱਤੀ ਹੁੰਦੀ ਸੀ, ਉੱਥੋਂ ਪਟਿਆਲਾ ਬਣਦਾ। 250 ਸਾਲ ਪਹਿਲੇ ਸ਼ਹਿਰ ਜਿਨ੍ਹਾਂ ਨੇ ਵਸਾਇਆ ਸੀ, ਇਹਦੀ ਤਾਕਤ ਹੈ ਨਹੀਂ ਸੀ ਜਿੰਨਾ ਚਿਰ ਕਾਂਗਰਸ ਤੋਂ ਬਾਹਰ ਰਹਿ ਕੇ ਮੈਂ ਪਟਿਆਲੇ 'ਚੋਂ ਇਲੈਕਸ਼ਨ ਲੜ, ਤਲਵੰਡੀ ਸਾਬੋ ਜਾ ਕੇ ਇਲੈਕਸ਼ਨ ਲੜ। ਜਿੰਨਾ ਚਿਰ ਕਾਂਗਰਸ ਨਾਲ ਰਿਹਾ ਉਹਨਾਂ ਚਿਰ ਇਹਦੀ ਗੱਲ ਰਹੀ ਹੈ। ਕਾਂਗਰਸ ਛੱਡੀ ਇਹਦੀ ਜ਼ੁਬਾਨ ਜ਼ਬਤ ਹੋ। ਇਹਨੂੰ ਵਾਪਸ ਆ ਜਾਣਾ ਚਾਹੀਦਾ ਤੁਹਾਨੂੰ ਲੱਗਦਾ ਕੈਪਟਨ ਸਾਹਿਬ ਨੂੰ? ਵਾਪਸ ਅਸੀਂ ਕਦੀ ਵੀ ਨਹੀਂ ਲੈਂਦੇ ਕਿਸੇ ਨੂੰ, ਨਾ ਇਹਨੂੰ ਲਈਏ ਨਾ ਪ੍ਰਨੀਤ ਕੌਰ ਨੂੰ ਲਈਏ। ਮੇਰੀ ਇਹ ਗੱਲ ਹੋਰ ਕਲੀਅਰ ਸਮਝ ਲਓ, ਪ੍ਰਨੀਤ ਕੌਰ ਇਜ਼ ਨੋ ਮੋਰ ਪਾਰਟ ਆਫ ਦੀ ਕਾਂਗਰਸ ਫॉर ਟੈਕਨੀਕਲ ਰੀਜ਼ਨ ਸ਼ੀ ਇਜ਼ देयर। ਜੇ ਇਹਦੇ ਵਿੱਚ ਸੈਲਫ ਸਟੀਮ ਹੋਈ ਸਰਦਾਰਨੀ ਪ੍ਰਨੀਤ ਕੌਰ 'ਚ ਜੇ ਕੋਈ ਇੱਜ਼ਤ ਮਾਨ ਤੇ ਸਨਮਾਨ ਹੈ, ਬਥੇਰਾ ਚਿਰ ਤੁਸੀਂ ਕਾਂਗਰਸ ਦਾ ਇਸਤੇਮਾਲ ਕਰੋ। ਬਥੇਰਾ ਚਿਰ ਤੁਸੀਂ ਕਾਂਗਰਸ ਕੋ ਕਈ ਕੁਝ ਖੱਟ ਲਿਆ। ਕਿਰਪਾ ਕਰਕੇ ਹੁਣ ਖੇੜਾ ਛੱਡੋ, ਜਾਨ ਰੱਖੋ। ਜਿਹੜੀ ਪਾਰਟੀ ਨਾਲ ਅਸੈਂਬਲੀ ਦੇ ਵਿੱਚ ਲੀਡਰਾਂ ਨਾਲ ਆ ਕੇ ਕੰਪੇਨਿੰਗ ਕਰਦੇ ਰਹੇ ਹੋ, ਲੜਨਾ ਵੀ, ਇਹ ਵੀ ਤੁਹਾਨੂੰ ਮੈਂ ਸ਼ੋਰ ਸ਼ਾਟ ਦੱਸ ਦਵਾਂ, ਪ੍ਰਨੀਤ ਕੌਰ ਨੇ ਬੀਜੇਪੀ ਦੇ ਕੈਂਡੀਡੇਟ ਹੋਣਾ ਇੱਥੋਂ। ਕਾਂਗਰਸ 'ਚ ਨਾ ਉਹਦੀ ਕੋਈ ਜਗ੍ਹਾ। ਅਸੀਂ ਆਪਣਾ ਕੈਂਡੀਡੇਟ ਚੁਣਾਂਗੇ ਤਗੜੇ ਹੋ ਕੇ। ਸਾਰੇ ਕਾਂਗਰਸ ਦੇ ਵਰਕਰਸ ਨੂੰ ਮੈਂ ਬਕਾਇਦਾ ਤੌਰ 'ਤੇ ਗੱਲ ਕਲੀਅਰ ਕਰਦਾ ਹਾਂ, ਦਿੱਲੀ ਦੀ ਲੀਡਰਸ਼ਿਪ ਨਾਲ ਮੇਰੀ ਗੱਲ ਹੋ ਚੁੱਕੀ ਹੈ। ਕੋਈ ਪ੍ਰਨੀਤ ਕੌਰ ਨੇ ਨਾ ਸਾਡੇ ਚਾਹਣਾ, ਨਾ ਇਹਨੂੰ ਕਬੂਲਣਾ। ਇਹਦੇ ਬਰਾਬਰ ਵਿੱਚ ਅਸੀਂ ਆਪਣਾ ਕੈਂਡੀਡੇਟ ਖੜਾ ਕਰਾਂਗੇ, ਜਿਤਾਵਾਂਗੇ। ਕੋਈ ਕਨਫਿਊਜ਼ਨ ਚਲਾ ਰਹੇ ਹੋ, ਇਹ ਇਸੇ ਗੱਲੋਂ ਅਜੇ ਤੱਕ ਸਰਦਾਰਨੀ ਪ੍ਰਨੀਤ ਕੌਰ ਪਾਰਟੀ 'ਚ ਨੇ ਕਿ ਮੈਂ ਡਿਸਕੁਆਲੀਫਾਈ ਨਾ ਹੋ ਜਾਵਾਂ। ਦੇਖੋ, ਜੇ ਤੁਸੀਂ ਪਾਰਟੀ ਦੇ ਜੀ ਸੋਚ ਨਾਲ ਹੀ ਆਨੀ, ਫਿਰ ਛੱਡੋ। ਤੁਸੀਂ ਗੁਲਾਮ ਨਬੀ ਆਜ਼ਾਦ ਨੂੰ ਦੱਸੀ ਜਾਂਦੇ ਹੋ, ਫਿਰ ਤੁਸੀਂ ਵੀ ਛੱਡੋ। ਇੱਕ ਲੋਕਾਂ ਦੀ ਡਿਮਾਂਡ ਸਵਾਲ ਹੈ ਜੀ, ਕਹਿੰਦੇ ਤੁਸੀਂ ਲੜੋਗੇ ਜੀ ਲੋਕ ਸਭਾ ਦੇ ਜਿਹੜੇ ਚੋਣਾਂ, ਪਿੱਛੋਂ ਆਵਾਜ਼ ਆਈ ਕਿ ਸਵਾਲ ਪੁੱਛੋ। ਨਹੀਂ, ਮੈਨੂੰ ਲੋਕ ਸਭਾ ਲੜਨ ਦੀ ਕੀ ਲੋੜ ਹੈ? ਮੈਂ ਆਲਰੇਡੀ ਅਸੈਂਬਲੀ ਦੇ ਵਿੱਚ। ਤੁਹਾਨੂੰ ਕੋਈ ਬੰਦਾ ਆਪ ਨੂੰ ਲੜਨ ਵਾਸਤੇ ਵੀ ਅਸੈਂਬਲੀ ਦੇ ਫਲੋਰ ਤੇ ਚਾਹੀਦਾ ਕਿ ਨਹੀਂ? ਸਾਡੇ ਲੀਡਰ ਆਫ ਦੀ ਮੈਂ ਆਪੋਜੀਸ਼ਨ, ਬਹੁਤ ਸਾਰੇ ਸਾਡੇ ਕੋਲ ਹੋਰ ਬੰਦੇ ਆ ਨੇ ਜਿਹੜੇ ਲੜਨ ਦੇ ਕਾਬਿਲ ਨੇ, ਜਿੱਤਣ ਦੇ ਕਾਬਿਲ ਨੇ। ਵਧੀਆ ਬੰਦੇ, ਵਧੀਆ ਕੈਂਡੀਡੇਟਸ ਐਤਕੀ ਲੈ ਕੇ ਆਵਾਂਗੇ। ਤੇ ਬਹੁਤ ਮੁਸ਼ਕਲ ਕਾਂਗਰਸ ਵੀ ਮੈਂ ਸਮਝਣਾ ਆਜ਼ਾਦ ਹੋਈ ਇਹਨਾਂ ਲੋਕਾਂ ਤੋਂ। ਕੈਪਟਨ ਅਮਰਿੰਦਰ ਸਿੰਘ ਤੇ ਇਹਦੇ ਗਰੋਹ ਦੇ ਕੋਲੋਂ ਬੜੀ ਮੁਸ਼ਕਲ ਅਸੀਂ ਆਜ਼ਾਦੀ ਲਈ ਹੈ। ਦੇਖੋ, ਲਾਅ ਐਂਡ ਆਰਡਰ ਦੀ ਤਾਂ ਗੱਲ ਹੀ ਛੱਡ। ਲਾਅ ਐਂਡ ਆਰਡਰ ਦਾ ਹਾਲ ਇਹ ਹੈ ਕਿ ਰਾਘਵ ਚੱਡਾ, ਹੁਣ ਮੈਂ ਸ਼ਰਤ ਰੱਖਦਾ ਇਸ ਟਾਈਮ ਰਾਘਵ ਚੱਡਾ ਇੱਥੇ ਕਮਰੇ 'ਚ ਲੈ ਆਓ, ਤੁਹਾਡੇ 'ਚੋਂ ਕੋਈ ਨਹੀਂ ਪਛਾਣੇਗਾ ਬੰਦਾ ਕੌਣ। ਉਹਨੂੰ 50 ਗਾਰਡਸ ਦੇ ਦਿੱਤੇ। ਤੁਸੀਂ ਸਾਰੇ ਵੀਰ ਬਹੁਤ ਚੰਗੀ ਤਰ੍ਹਾਂ, ਕਿਉਂਕਿ ਪੜ੍ਹੇ ਲਿਖੇ ਹੋ, ਸੋਸ਼ਲ ਮੀਡੀਆ ਨਾਲ ਵੀ ਜੁੜੇ ਹੋ, ਪ੍ਰੈਸ ਨਾਲ, ਪ੍ਰਿੰਟ ਨਾਲ ਜੁੜੇ ਹੋ। ਤੁਸੀਂ ਆਪ ਵੇਖਿਆ ਕੇਜਰੀਵਾਲ ਸਾਹਿਬ ਦਾ ਇੱਕ ਟਾਈਮ ਮੈਂ ਬਿਆਨ ਸੁਣਦਾ ਰਿਹਾ ਕਿ ਸਿਕਿਉਰਿਟੀ ਤਾਂ ਲੋਗੋं के लिए होती है, हमारे लिए थोड़ा होती है। ਅੱਜ ਜ਼ੈਡ ਸਿਕਿਉਰਿਟੀ ਕੱਲਾ ਸੀਐਮ ਹੈ ਜਿਹਨੂੰ ਦਿੱਲੀ ਨੇ ਵੀ ਦਿੱਤੀ ਹੈ ਜੀ ਤੇ ਪੰਜਾਬ ਨੇ ਵੀ ਦਿੱਤੀ। 80 ਸਿਕਿਉਰਿਟੀ ਗਾਰਡ ਬਲੈਕ ਕਮਾਂਡੋਜ਼ ਪੰਜਾਬ ਭਵਨ 'ਚ ਪੱਕੇ ਰਹਿੰਦੇ ਨੇ। 2 ਲੈਂਡ ਕਰੂਜ਼ਰ 2-2 ਕਰੋੜ ਰੁਪਏ ਦੀਆਂ, ਜਿਹੜਾ ਵੈਗਨਾਰ ਚੜਿਆ, ਇੱਕੋ ਛੋਟਾ ਜਿਹਾ ਡੱਬਾ ਜਿਹਾ ਬਣਾਉਂਦੇ ਮਰੂਤੀ ਕਾਰ ਵੈਗਨਾਰ, ਪਹਿਲੇ ਉਸ ਗੱਡੀ ਜਾਂਦਾ ਹੁੰਦਾ ਸੀ ਕੇਜਰੀਵਾਲ। ਹੁਣ 2 ਲੈਂਡ ਕਰੂਜ਼ਰਸ ਘੱਲੀਆਂ ਨੇ ਭਗਵੰਤ ਮਾਨ ਜੀ ਨੇ। ਇੱਕ ਰਾਘਵ ਚੱਡੇ ਵਾਸਤੇ ਪੰਜਾਬ ਭਵਨ ਦੇ ਪੋਰਚ 24 ਘੰਟੇ ਖਲੋਤੀ ਰਹਿੰਦੀ। ਜੇ ਤੁਹਾਡਾ ਕੋਈ ਰਿਪੋਰਟਰ ਹੈ, ਹੁਣੇ ਘੱਲ ਦੋ ਦਿੱਲੀ ਦੇ ਪੰਜਾਬ ਭਵਨ 'ਚ ਪੋਰਚ 'ਚ ਖਲੋਤੀ ਹੋਈ। ਇੱਕ ਕਪੂਰਥਲਾ ਹਾਊਸ 'ਚ ਪੱਕੀ ਰਹਿੰਦੀ ਅਰਵਿੰਦ ਕੇਜਰੀਵਾਲ ਵਾਸਤੇ। ਜਿਹੜੇ ਕਹਿੰਦੇ ਸੀ ਅਸੀਂ ਸਧਾਰਨ ਬੱਸਾਂ 'ਚ ਟਰੈਵਲ ਕਰਨ ਵਾਲੇ ਆ, ਉਹਨਾਂ ਨੇ ਹੈਲੀਕਾਪਟਰ ਨੂੰ ਗੱਡੇ ਨੂੰ ਵੱਧ ਇਸਤੇਮਾਲ ਕੀਤਾ। ਤੁਹਾਨੂੰ ਹੈਰਾਨੀ ਹੋਏਗੀ, ਨਿਰਾ ਭਗਵੰਤ ਸਿੰਘ ਮਾਨ ਹੀ ਨਹੀਂ ਹੈਲੀਕਾਪਟਰ ਯੂਜ਼ ਕਰ। ਦੁਸ਼ਯੰਤ ਚੌਟਾਲਾ ਜਿਹੜਾ, ਤੁਸੀਂ ਵੇਖੋ, ਇਹਨਾਂ ਹੈਰਾਨੀ ਦੀ ਗੱਲ, ਚੌਟਾਲਾ ਜਿਹੜਾ ਉਹ ਅਦਰਵਾਈਜ਼ ਖੱਟੜ ਸਾਹਿਬ ਨਾਲ ਬੀਜੇਪੀ, ਇੱਥੇ 24 ਘੰਟੇ ਜਿਹੜੀ ਹੈ ਉਹਦੀ ਕੀ ਅੰਡਰਸਟੈਂਡਿੰਗ ਹੈ, ਸਾਨੂੰ ਇਹਨਾਂ ਦੀ ਸਮਝ ਆ ਨਹੀਂ। ਜੇ ਆਰਟੀਆਈ ਦੇ ਜ਼ਰੀਏ ਕਿਸੇ ਆਰਟੀਆਈ ਦੇ ਐਕਟਿਵਿਸਟ ਨੇ ਇਹ ਗੱਲ ਮੰਗੀ ਹੈ ਕਿ ਸਾਨੂੰ ਦੱਸੋ ਕਿ ਕਿੰਨਾ ਖਰਚਾ ਹੈਲੀਕਾਪਟਰ ਦਾ ਹੋਇਆ, ਸਿਕਿਉਰਿਟੀ ਰੀਜ਼ਨਸ ਦਾ ਬਹਾਨਾ ਲਾ ਕੇ ਉਹਨੂੰ ਆਰਟੀਆਈ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ। ਸੋ ਲਾਅ ਐਂਡ ਆਰਡਰ ਦੀ ਇੱਥੇ ਕੀ? ਅੱਛਾ, ਤੁਸੀਂ ਹੁਣ ਗੱਲ ਕੀਤੀ ਹੈ ਮਿਨਿਸਟਰਸ ਦੇ ਖਿਲਾਫ ਜਾਂ ਐਮਐਲਏਸ ਦੇ ਖਿਲਾਫ ਇਹਨਾਂ ਕੇਸ ਰਜਿਸਟਰ। ਅਸੀਂ ਤੇ ਵੇਖੋ ਇਸ ਪਾਰਟੀ ਵੱਲੋਂ ਫਰਮ ਓਪੀਨੀਅਨ ਦੇ, ਤੁਸੀਂ ਜ਼ਿਆਦਤੀ ਨਾ ਕਰੋ। ਜੈਨੂਇਨ ਜੇ ਕੋਈ ਗੱਲ ਹੈ, ਕਿਸੇ ਵੀ ਵੇਖੋ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਦਾ ਰੁਤਬਾ ਸੂਬੇ ਵਿੱਚ ਰਿਹਾ, ਤੁਸੀਂ ਉਹਨੂੰ ਮੌਕਾ ਪਾਓ, ਉਹਨੂੰ ਸੱਦੋ, ਉਹਨੂੰ ਕਹੋ ਜੀ ਆ ਸੱਦ ਕੇ ਆਪਣੀ ਚੀਜ਼ ਜਿਹੜੀ ਹੈ ਇਹ ਸਾਡੀ ਸਾਫ਼ ਕਰੋ। ਜੇ ਕੋਈ ਚੀਜ਼ ਕਿਸੇ ਦੇ ਪ੍ਰੂਫ ਹੁੰਦੀ ਹੈ ਤੇ ਜੋ ਮਰਜ਼ੀ ਤੁਸੀਂ ਕਰੋ। ਤੁਸੀਂ ਲੱਭਦੇ ਹੋ ਰਾਤ ਦਾ ਮੌਕਾ ਇਹੋ ਜਿਹਾ ਕਿ ਅਸੀਂ ਸੈਂਸੇਸ਼ਨਲਾਈਜ਼ ਕਰੀਏ ਹਰ ਗੱਲ। ਇਹ ਜੀ 3 ਵਜੇ ਬੰਦਾ ਫੜ ਲਿਆ, ਹੁਣ 3 ਵਜੇ ਰਾਤ ਬੰਦਾ ਸੁੱਤਾ ਹੀ ਫੜਿਆ ਜਾਣਾ, ਹੋਰ ਕਿਤੋਂ ਫੜਿਆ ਜਾਣਾ? ਸੋ ਕਹਿਣ ਦਾ ਮਤਲਬ ਆ ਦੂਜਾ ਮੈਂ ਅਗਲੇ ਪਾਸੇ ਆ ਜਾਣਾ।
ਜਿਹੜੇ ਮਾਨਸੇ ਦੇ ਹੈਲਥ ਮਿਨਿਸਟਰ ਨੇ ਉਹਨਾਂ ਬਾਰੇ ਨੇ ਗੱਲ ਕਹੀ ਸੀ ਕਿ 1% ਇਹਨਾਂ ਕਮਿਸ਼ਨ ਮੰਗੀ ਸੀ। ਮੇਰੇ ਕੋਲ ਪ੍ਰੂਫ ਹੈ, ਮੇਰੇ ਕੋਲ ਆਡੀਓ ਹੈ। ਮੈਂ ਘਰ ਛੱਡ ਕੇ ਸਿੰਗਲਾ ਸਾਹਿਬ ਜਿਹੜੇ ਮਾਨਸੇ ਵਾਲੇ ਨੇ ਆਪ ਦੇ ਉਹਨੂੰ ਕਨਫਰੰਟ ਕੀਤਾ। ਸਿੰਗਲਾ ਜੀ ਨੇ ਮੇਰੇ ਕੋ ਮੰਨਿਆ ਕਿ ਮੈਂ ਪੈਸੇ ਮੰਗੇ ਨੇ। ਤੇ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਤੁਹਾਡੀਆਂ ਜਿੰਨੀਆਂ ਪਾਰਟੀ ਦੀਆਂ ਮੀਟਿੰਗਸ ਨੇ ਉਹਦੇ ਵਿੱਚ ਸਿੰਗਲਾ ਸਾਹਿਬ ਕੀ ਕਰਦੇ, ਕੀ ਤੁਸੀਂ ਪਾਰਟੀ 'ਚੋਂ ਕਿਉਂ ਨਹੀਂ ਬਾਹਰ ਕੱਢੇ? 4 ਮਹੀਨੇ ਉਹ ਜੇਲ੍ਹ ਵੀ ਕੱਟ ਆਏ, ਜਾਂ ਆਡੀਓ ਸਾਹਮਣੇ ਲੈ ਕੇ ਆਓ। ਮੇਰਾ ਤਾਂ ਅੱਗੇ ਹੀ ਮੰਨਣਾ ਸੀ ਕਿ ਇਹੋ ਜਿਹੇ ਡਰਾਮੇ ਕਰਨਗੇ ਲੋਕਾਂ ਨੂੰ ਦੱਸਣ ਵਾਸਤੇ ਅਸੀਂ ਬੜੇ ਇਮਾਨਦਾਰ ਹਾਂ, ਅਸੀਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ। ਤੁਹਾਨੂੰ ਯਾਦ ਹੋਏਗਾ ਮੇਰੀ ਇੱਕ ਵੀਡੀਓ ਪਹਿਲੇ ਹੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਇਹ ਗੱਲ ਕਹੀ ਸੀ 2 ਇਹਨਾਂ ਨੇ ਆਪਣੇ ਮਿਨਿਸਟਰ ਤੇ 2 MLA ਫੜਨੇ। ਹੁਣ ਅਗਲੀ ਗੱਲ ਤੇ ਆਪਾਂ ਆ ਜਾਈਏ, ਸਿੰਗਲਾ ਸਾਹਿਬ ਨੂੰ ਕੁਝ ਨਹੀਂ ਪੁੱਛਿਆ ਕਿਸੇ ਨੇ। ਹੁਣ ਇੱਥੋਂ ਤੇ ਪਠਾਨ ਮਾਜਰਾ ਜੀ ਨੇ, ਤੁਹਾਡੇ ਪਠਾਨ ਮਾਜਰੇ ਨੇ ਉਹਦੀ ਵਾਈਫ ਨੇ ਕੀ ਕਿਹਾ ਤੇ ਕੀ ਕੀਤਾ। ਉਹ ਤੇ ਜੇ ਕੋਈ ਰਿਸਪੈਕਟੇਬਲ ਪਾਰਟੀ ਹੋਏ ਅਜੇ ਤੱਕ ਪਠਾਨ ਮਾਜਰੇ ਨੂੰ ਸੱਦਿਆ ਤੱਕ ਵੀ ਨਹੀਂ, ਨੋਟਿਸ ਤੱਕ ਵੀ ਨਹੀਂ ਦਿੱਤਾ। ਪਾਰਟੀ ਚੋਂ ਕੱਢਣ ਦੀ ਤੇ ਗੱਲ ਹੀ ਦੂਰ ਦੀ, ਨੋਟਿਸ ਤੱਕ ਨਹੀਂ ਦਿੱਤਾ। ਜਿਹੜੀ ਮੋਰਲਸ ਦੀ ਗੱਲ ਕਰਦੀ, ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਮਾਨ ਸਾਹਿਬ ਨੂੰ, ਕੀ ਗੱਲ ਹੈ ਮੋਰਲਸ ਇਕੱਲੇ ਦੂਜਿਆਂ ਵਾਸਤੇ ਹੀ ਨੇ? ਤੁਹਾਡੇ ਵਾਸਤੇ ਕੋਈ ਮੋਰਲ ਹੈ ਨਹੀਂ। ਪਠਾਨ ਮਾਜਰੇ ਨੇ ਜੋ ਕੀਤਾ, ਅਡਲਟਰੀ ਕੀਤੀ, ਇੱਕ ਔਰਤ ਨਾਲ ਧੋਖਾ ਕੀਤਾ, ਕਈ ਕੰਮ ਉਹਨੇ ਕੀਤੇ। ਉਸ ਤੋਂ ਵੀ ਵੱਡੀ ਗੱਲ, ਪਠਾਨ ਮਾਜਰਾ ਸਾਹਿਬ ਉਹਦੀ ਵਾਈਫ ਨੇ ਬਕਾਇਦਾ ਤੌਰ ਪ੍ਰੂਵ ਕੀਤਾ, ਵੀਡੀਓ ਦਿੱਤੀ ਹੈ। ਇੱਕ ਸਤੀਸ਼ ਗੁਪਤਾ ਨਾਂ ਦਾ ਗੁਪਤਾ ਬਿਲਡਰਸ ਇੱਥੇ ਹੈ ਨੇ ਐਂਡ ਪ੍ਰਮੋਟਰਸ GPP ਜ਼ੀਰਕਪੁਰ ਦੇ, ਉਹਨੇ ਤਕਰੀਬਨ 500 ਕਰੋੜ ਰੁਪਈਆ ਲੋਕਾਂ ਦਾ ਫਲੈਟਸ ਦੇ ਪੈਸੇ ਮਾਰੇ ਨੇ, ਜਿਨ੍ਹਾਂ ਨੂੰ ਫਲੈਟ ਦੇਣੇ ਸੀ ਟਾਈਮ ਸਿਰ ਤਿਆਰ ਕਰਕੇ, ਜਾਂ ਜੋ ਵੀ ਉਹਦਾ ਸਿਸਟਮ ਹੈ, ਚਲੋ ਜੋ ਵੀ ਹੈ 500, ਮੈਨੂੰ ਤਾਂ 500 ਦੱਸਿਆ ਤੇ 500 ਤੋਂ ਚਲੋ ਚਾੜ ਦੋ 5000 ਨੂੰ ਲਾ ਲਓ, 500 ਤੋਂ ਹੀ ਮੰਨ ਲਓ। ED ਉਸ ਨੂੰ ਇਸ ਟਾਈਮ ED ਨੂੰ ਲੱਭਦੀ ਫਿਰਦੀ ਹੈ। ਤੁਹਾਡੇ ਪਠਾਨ ਮਾਜਰਾ ਇੱਕ 2 MLA ਦੇ ਨਾਲ ਹੋਰ ਜਾਣੇ ਸੀ, ਉਹ ਦੁਬਈ ਜਾਂਦੇ ਨੇ, ਸਪੈਸ਼ਲੀ ਗੁਪਤੇ ਦੇ ਖਰਚੇ ਤੇ ਜਾਂਦੇ। ਗੁਪਤਾ ਉੱਥੇ ਲੁੱਕ ਆਫਟਰ ਕਰਦਾ। ਡੀਲ ਇਹ ਮੁੱਕਦੀ ਹੈ ਕਿ ਸਾਨੂੰ ਉੱਥੇ ਵਾਪਸ ਜਾ ਕੇ ਤੈਨੂੰ ਤੇਰੀ ਅਸੀਂ ਜਾਨ ਛਡਾ ਦੇਣਾ, ਦੱਸ ਸਾਨੂੰ ਦਿੰਦਾ ਕੀ? ਮੈਂ ਵਿਜੀਲੈਂਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਜਦੋਂ ਪ੍ਰੂਫ ਤੁਹਾਡੇ ਸਾਹਮਣੇ ਆ ਗਿਆ, ਅਜੇ ਤੱਕ ਪਠਾਨ ਮਾਜਰਾ ਤੇ ਜਿਹੜੇ ਨਾਲ ਦੇ 2 MLA ਤੁਹਾਡੇ ਜ਼ਿਲ੍ਹੇ ਨਾਲ ਹੀ ਤਾਲੁਕ ਰੱਖਦੇ ਦੁਬਈ ਜਾਣੇ ਸੀ, ਉਹਨਾਂ ਨੂੰ ਅਜੇ ਤੱਕ ਕੁਐਸਚਨਿੰਗ ਕੀਤੀ ਗਈ ਹੈ? ਕੀ ਪਠਾਨ ਮਾਜਰੇ ਦਾ ਪਾਸਪੋਰਟ ਚੈੱਕ ਕੀਤਾ ਗਿਆ? ਕੀ ਪਠਾਨ ਮਾਜਰੇ ਨੂੰ ਪੁੱਛਿਆ ਗਿਆ, ਕਨਫਰੰਟ ਕੀਤਾ ਗਿਆ ਅਜੇ ਤੱਕ? ਕਿ ਜਿਹੜਾ ਪ੍ਰੋਕਲੇਮ ਡਿਫੈਂਡਰ ਹੈ ਬਾਈ ਦੀ ਪੰਜਾਬ ਪੁਲਿਸ, ਜਿਹਨੂੰ ED ਲੱਭਦੀ ਫਿਰਦੀ, ਜਿਹਨੇ ਕਈ 100 ਜਾਂ ਕਈ 1000 ਕਰੋੜ ਦੇ ਘਪਲੇ ਕੀਤੇ ਨੇ, ਉਹਨਾਂ ਕੋਲ ਪਠਾਨ ਮਾਜਰਾ ਜੀ ਕੀ ਕਰ ਰਹੇ ਸੀ? ਪਠਾਨ ਮਾਜਰਾ ਲਾ ਲਓ, ਇਹਨਾਂ ਕੋਲ ਤਾਂ ਮਾਜਰੇ ਹੀ ਨਹੀਂ ਸਾ। ਲਾਲ ਸਿੰਘ ਜੀ ਅਜੇ ਤੱਕ ਮਾਜਰੇ ਹੀ ਹੱਲ ਨਹੀਂ ਹੋਏ, ਭਾਵੇਂ ਜੌੜਾ ਮਾਜਰਾ ਲਾ ਲਓ, ਭਾਵੇਂ ਪਠਾਨ ਮਾਜਰਾ ਲਾ ਲਓ, ਭਾਵੇਂ ਕੱਜਣ ਮਾਜਰਾ ਲਾ ਲਓ, ਇਹ ਨਵੀਆਂ ਚੀਜ਼ਾਂ ਹੀ ਵੇਖ ਲਈਆਂ। ਸਰ ਪਰ ਪਾਰਟੀ ਡਿਸਪਲਿਨ, ਹਾਂਜੀ ਕੱਲ ਦੀ ਇੰਟਰਵਿਊ ਹੋਣਾ ਜੀ। ਗੱਲ ਇਸ ਤਰ੍ਹਾਂ ਹੈ, ਇਲੈਕਸ਼ਨ ਤੇ ਹੋ ਲੈਣ ਦਿਓ, ਫਿਰ ਆਪੇ ਇਹਨਾਂ ਨੂੰ ਪਤਾ ਲੱਗ ਜਾਏਗਾ। ਮੈਨੂੰ ਦੱਸੋ, ਸੁਨੀਲ ਜਾਖੜ ਜੀ ਥੋੜੀ ਬਹੁਤੀ ਸਮਝ ਹੋਣੀ ਚਾਹੀਦੀ, ਕੋਈ ਸੋਚ ਹੋਣੀ ਚਾਹੀਦੀ। 50 ਸਾਲ ਲਗਾਤਾਰ ਤੁਹਾਡੇ ਪਿਤਾ ਤੋਂ ਲੈ ਕੇ ਤੁਹਾਨੂੰ ਇੱਜ਼ਤ ਮਾਨ ਸਨਮਾਨ ਇੱਕ ਜਮਾਤ ਨੇ ਇੰਨਾ ਦਿੱਤਾ, ਤੇ ਤੁਸੀਂ ਇਸ ਕਿਸਮ ਦੇ ਬਿਆਨ ਦੇ ਰਹੇ ਹੋ ਮੈਦਾਨ ਦੇ। ਇਹ ਕਿਹੜੀਆਂ ਹਿਮਾਚਲ ਦੀਆਂ ਇਲੈਕਸ਼ਨਾਂ ਮੁੱਕ ਨਹੀਂ ਜਾਣੀਆਂ, ਤੁਹਾਡੇ ਸਾਹਮਣੇ ਆਣੀ ਹੈ। ਹਿਮਾਚਲ ਦੇ ਵਿੱਚ ਗਵਰਨਮੈਂਟ ਅਸੀਂ ਬਣਾਉਣੀ ਹੈ, ਤੇ ਪੰਜਾਬ ਦੇ ਵਿੱਚ ਵੀ ਆਉਂਦੇ ਟਾਈਮ ਸਰਕਾਰ ਜਿਹੜੀ ਆਉਂਦੇ ਟਾਈਮ ਦੇ ਵਿੱਚ ਹੋਏਗੀ ਕਾਂਗਰਸ ਦੀ। ਇਹ ਜਿੰਨਾ ਇਸ ਕਿਸਮ ਦਾ ਮਟੀਰੀਅਲ ਹੈ, ਇਹ ਸਭ ਬਹੁਤ ਵਧੀਆ ਹੋਇਆ, ਜਾਣ ਵਾਲਾ ਬਣਿਆ। ਉਹਨਾਂ ਦਾ ਇਹ ਵੀ ਕਹਿਣਾ ਵੀ ਪਾਰਟੀ ਦੇ 700 ਗੱਲ ਅਸੀਂ ਉੱਥੇ ਫੇਰ ਆ ਗਏ ਕਿ ਵੇਖੋ ਉੱਥੇ ਭਗਵੰਤ ਮਾਨ ਜੀ ਨੇ ਪ੍ਰਾਈਮ ਮਿਨਿਸਟਰ ਕੋ ਕੋਈ ਮੰਗ ਨਹੀਂ ਕੀਤੀ, ਔਨ ਦੀ ਕੰਟਰਰੀ ਇਹ ਗੱਲ ਕਹੀ ਕਿ ਪਿੱਛੇ ਤੁਸੀਂ ਸਰ ਚਰਨਜੀਤ ਸਿੰਘ ਚੰਨੀ ਦੀ ਗਵਰਨਮੈਂਟ ਵੇਲੇ ਇੱਕ ਵਾਰ ਵਿਜ਼ਿਟ ਕੀਤਾ ਸੀ। ਮੈਂ ਉਸ ਗੱਲ ਦੀ ਮਾਫੀ ਮੰਗਦਾ ਕਿ ਤੁਹਾਡੀ ਉਹ ਵਿਜ਼ਿਟ ਜਿਹੜੀ ਹੈ ਉਹ ਬਹੁਤੀ ਕਾਮਯਾਬ ਨਹੀਂ ਰਹਿ ਸਕੀ। ਸੋ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਉਹਨਾਂ ਕੋ, ਸਰਦਾਰ ਜੀ ਚਲੋ ਮਾਫੀ ਤਾਂ ਤੁਸੀਂ ਚੀਫ ਮਿਨਿਸਟਰ ਤੇ ਹੈ ਨਹੀਂ ਸੀ, ਉਦੋਂ ਦਾ ਮੁੱਖ ਮੰਤਰੀ ਹੁੰਦਾ ਤਾਂ ਕੋਈ ਗੱਲ ਵੀ ਕਰਦਾ, ਤੁਸੀਂ ਤਾਂ ਮੁੱਖ ਮੰਤਰੀ ਹੋ ਗਏ, ਤੁਸੀਂ ਪਿਛਲੀਆਂ ਮਾਫੀਆਂ ਕਿਹੜੀ ਗੱਲ ਦੀਆਂ ਮੰਗਦੇ? ਤੇ ਇੰਨਾ ਲੰਮੇ ਪੈਣ ਦੀ ਲੋੜ ਕੀ ਸੀ? ਇੱਕ ਇੰਡੀਪੈਂਡੈਂਟ ਸੂਬੇ ਦਾ ਇੱਕ ਇੰਡੀਪੈਂਡੈਂਟ ਮੁੱਖ ਮੰਤਰੀ ਹੈ, ਤੂੰ ਆਪਣੀ ਗੱਲ ਰੱਖ ਸਾਹਮਣੇ। ਜਿਹੜੀ ਜਮਾਤ ਨੇ 3 ਕਾਲੇ ਕਾਨੂੰਨ ਲੈ ਕੇ ਆ, ਜਿਹਦੇ ਵਿੱਚ 750 ਤੋਂ ਵੱਧ ਸਾਡੇ ਕਿਸਾਨ ਜਿਹੜੇ ਨੇ ਪੰਜਾਬ ਦੇ, ਹਰਿਆਣੇ ਦੇ, UP ਦੇ, ਦਿੱਲੀ ਦੇ, ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਸਾਲ ਸਵਾ ਸਾਲ ਉੱਤੇ ਬੈਠ ਕੇ ਦਿੱਲੀ ਦੇ ਬਾਰਡਰਾਂ 'ਤੇ, ਉਹਨਾਂ ਕੋਲ ਮਾਫੀ ਕਿਹੜੀ ਗੱਲ ਦੀ ਮੰਗਦਾ ਫਿਰ? ਤੇ ਜਿਸ ਪਾਰਟੀ ਨੇ
ਉਹ ਕਾਲੇ ਕਾਨੂੰਨ ਮਜਬੂਰੀ ਨਾਲ ਫਿਰ ਵਾਪਸ ਲਏ ਤੇ ਵਾਪਸ ਲੈਂਦੇ ਵਕਤ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਚੰਦ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੀਆਂ ਪੂਰੀਆਂ ਕਰਾਂਗੇ, ਜਿਹਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਪੰਜਾਬ ਵਾਸਤੇ ਸਾਰਿਆਂ ਨੂੰ ਇੰਪੋਰਟੈਂਟ, ਕਿਉਂਕਿ ਸਾਰਿਆਂ ਨਾਲੋਂ ਵੱਧ ਪੰਜਾਬ ਦੇ ਵਿੱਚ ਤੇ ਹਰਿਆਣਾ ਕੰਟਰੀਬਿਊਟਰਸ ਨੇ ਸੈਂਟਰਲ ਪੂਲ ਦੇ ਵਿੱਚ ਝੋਨੇ ਤੇ ਕਣਕ। ਤਕਰੀਬਨ 90% ਪੰਜਾਬ ਦੀ ਕਣਕ ਤੇ ਝੋਨਾ ਜਿਹੜੇ ਸੈਂਟਰਲ ਪੂਲ 'ਚ ਜਾਏ। ਤੁਸੀਂ MSP ਮਿਨੀਮਮ ਸਪੋਰਟ ਪ੍ਰਾਈਸ BJP ਦੀ ਗਵਰਨਮੈਂਟ ਨੇ ਗੱਲ ਕਹੀ ਸੀ ਅਸੀਂ ਲੀਗਲਾਈਜ਼ ਕਰਾਂਗੇ, ਲੀਗਲ ਗਰੰਟੀ ਦਾ ਕੋਈ ਅਜੇ ਤੱਕ ਉਹਦੇ ਤੇ ਤੁਸੀਂ ਸਵਾਲ ਹੀ, ਜਦੋਂ ਤੁਸੀਂ ਕੋਈ ਸਵਾਲ ਹੀ ਨਹੀਂ ਕੀਤਾ ਤਾਂ ਉਹਦਾ ਜਵਾਬ ਕਿੱਥੋਂ ਦੇਣਾ ਸੀ। ਫਿਰ ਬਿਜਲੀ ਬੋਰਡ ਦੇ ਐਕਟ ਦੇ ਵਿੱਚ ਇਹ ਹੁਣ ਤਰਮੀਮ ਕਰਨਾ ਚਾਹੁੰਦੇ, ਜਿਹਦੇ ਨਾਲ ਇਹੋ ਜਿਹੇ ਰਿਫਾਰਮ ਆਉਣਗੇ ਜਿਹਦੇ ਨਾਲ ਗਰੀਬ ਵਰਗ ਨੂੰ, ਜਿਹੜੀ ਸਾਡੀ ਸਰਕਾਰ ਨੇ ਵੀ ਮੌਜੂਦਾ ਸਰਕਾਰ ਨੇ ਵੀ ਜਿਹੜੇ ਬਿਜਲੀ ਦੇ ਬਿੱਲਾਂ ਵਿੱਚ ਅਸੀਂ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਦੇ ਰਹੇ ਹਾਂ, ਉਹ ਸਾਰੀ ਰਾਹਤ ਹਟ ਜਾਏਗੀ। ਜਿਹੜੀ ਕਿਸਾਨਾਂ ਨੂੰ ਪੰਜਾਬ ਗਵਰਨਮੈਂਟ ਪਿਛਲੇ 20-25 ਸਾਲ ਤੋਂ ਲਗਾਤਾਰ 8000 ਕਰੋੜ ਰੁਪਏ ਦੀ ਸਬਸਿਡੀ ਕਿਸਾਨੀ ਸੈਕਟਰ ਨੂੰ ਦੇ ਰਹੀ ਹੈ, ਸਾਰਿਆਂ ਦੀਆਂ ਬੰਬੀਆਂ ਫਰੀ ਨੇ। ਇਸ ਨਵੇਂ ਐਕਟ ਨਾਲ ਲਾਲ ਸਿੰਘ ਜੀ ਉਹਦੇ ਵਿੱਚ ਵੀ ਪਾਬੰਦੀ ਆ ਜਾਣੀ। ਅਸੀਂ ਆਪਣੇ ਐਗਰੀਕਲਚਰ ਸੈਕਟਰ ਨੂੰ ਇਹ ਜਿਹੜੀਆਂ ਰਾਹਤ ਦੇ ਰਹੇ ਇਹਦੇ ਤੋਂ ਮਹਿਰੂਮ ਕਰ ਦੇਵਾਂ। ਤੁਸੀਂ ਜ਼ਿਕਰ ਹੀ ਕਿਤੇ ਨਹੀਂ ਕੀਤਾ ਉਹਦਾ। ਤੀਜੀ ਗੱਲ ਸੀ ਪ੍ਰਧਾਨ ਮੰਤਰੀ ਆਏ, ਜਦੋਂ ਮੈਂ ਉੱਥੇ ਮੈਂਬਰ ਆਫ ਪਾਰਲੀਮੈਂਟ ਸੀ, 1-2 ਦਫਾ ਮੈਨੂੰ ਉੱਥੇ ਮੌਕਾ ਮਿਲਿਆ ਤਾਂ ਮੈਂ ਵੇਖਿਆ ਕਿ ਉਹ ਇਸ ਗੱਲ ਨਾਲ ਸਹਿਮਤ ਸਨ। ਮੈਂ ਉਹਨਾਂ ਦੇ ਕੋਲ ਉਦੋਂ ਲਾਲ ਸਿੰਘ ਜੀ ਗੱਲ ਚੁੱਕੀ ਸੀ ਕਿ ਵੇਖੋ ਬਾਰਡਰ ਦਾ ਸੂਬਾ ਹੈ ਸਾਡਾ। ਜਦੋਂ ਵਾਜਪਾਈ ਸਾਹਿਬ ਨੇ ਚੰਦ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਸਨ, ਅੱਜ ਤੋਂ ਕੁਝ 20-25 ਸਾਲ ਪਹਿਲੀ ਗੱਲ ਹੈ, ਉਦੋਂ ਸਰ ਸੁਖਬੀਰ ਸਿੰਘ ਬਾਦਲ ਮਿਨਿਸਟਰ ਆਫ ਸਟੇਟ ਫॉर ਇੰਡਸਟਰੀ ਸਨ। ਨਾਲ ਇੱਕ ਪੰਜਾਬ ਦੇ ਬਾਰਡਰ ਉੱਤੇ ਜਿਹੜੀ ਹਿਲੀ ਸਟੇਟਸ ਨੇ, ਪਹਾੜੀ ਸੂਬੇ ਨੇ, ਉਹਨਾਂ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਸੀ ਜਿਹੜਾ ਇੱਕ ਇਨਕਮ ਟੈਕਸ ਦਾ ਵੀ ਤੇ ਸੇਲ ਟੈਕਸ ਦਾ ਵੀ ਬੈਨੀਫਿਟ ਮਿਲਦਾ ਸੀ, ਜਿਸ ਦੇ ਨਾਲ ਪੰਜਾਬ ਨੂੰ ਬਹੁਤ ਵੱਡਾ, ਮੈਂ ਉਸ ਟਾਈਮ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੱਸਿਆ ਸੀ ਕਿ ਜੀ ਤੁਹਾਡੀ ਪਾਰਟੀ ਹਿਲੀ ਸਟੇਟਸ ਨੂੰ ਤੇ ਬੈਨੀਫਿਟ ਦੇਣ ਦੀ ਉਹਨੇ ਕੋਸ਼ਿਸ਼ ਕੀਤੀ, ਬਟ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ। ਉਹਦੇ ਨਾਲ ਮਾਲਵੇ ਦੀ ਜਿੰਨੀ ਤੁਹਾਡੀ ਲੁਧਿਆਣੇ ਵਿੱਚੋਂ ਜਾਂ ਪਟਿਆਲੇ ਵੱਲੋਂ ਜਾਂ ਇਸ ਏਰੀਏ 'ਚੋਂ ਜਿਹੜੀ ਇੰਡਸਟਰੀ ਸੀ ਉਹ ਬੱਦੀ ਚਲੀ ਗਈ। ਜਿਹੜੀ ਸਾਡੀ ਦੁਆਬੇ ਦੀ ਤੇ ਮਾਝੇ ਦੀ ਸੀ ਉਹ ਹਿਮਾਚਲ ਦੇ ਬਾਰਡਰ ਦੇ ਕੋਲ ਡਪਟਾਲ ਚਲੀ ਗਈ ਜਾਂ ਕਠੂਏ ਏਰੀਏ ਦੇ ਵਿੱਚ ਜੰਮੂ ਕਸ਼ਮੀਰ ਚਲੀ ਗਈ। ਤਾਂ ਮੈਂ ਉਹਨਾਂ ਨੂੰ ਗੁਜ਼ਾਰਿਸ਼ ਉਦੋਂ ਵੀ ਕੀਤੀ ਜੀ ਕਿ ਜਿਹੜੀ ਪੰਜਾਬ ਦੀ ਕੰਢੀ ਬੈਲਟ ਹੈ, ਰੋਪੜ ਤੋਂ ਵਾਇਆ ਹੁਸ਼ਿਆਰਪੁਰ ਟਿਲ ਗੁਰਦਾਸਪੁਰ ਪਠਾਨਕੋਟ ਤੱਕ, ਤੇ ਪਠਾਨਕੋਟ ਦੀ ਬਾਰਡਰ ਬੈਲਟ ਜਿਹੜੀ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰਾ ਪਾਕਿਸਤਾਨ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਤੇ ਕੰਢੀ ਦੀ ਬੈਲਟ ਹੈ। ਜੇ ਅਸੀਂ ਜਿੱਥੇ ਕੰਢੇ ਦੀ ਤਾਰ ਹੈ ਉੱਥੋਂ ਪਛਾਣ ਨੂੰ ਆ ਜਾਈਏ ਕੋਈ 15 ਤੋਂ 20 ਕਿਲੋਮੀਟਰ, ਜੇ ਤੁਸੀਂ ਉਹਨੂੰ ਸੇਮ ਪੈਕੇਜ ਦੇ ਦਿਓ, ਇੰਡਸਟਰੀਅਲ ਪੈਕੇਜ ਜਿਹੜਾ ਕਿਸੇ ਟਾਈਮ ਹਿਲੀ ਸਟੇਟਸ ਨੂੰ ਦਿੱਤਾ ਸੀ, ਸਾਡੇ ਨੌਜਵਾਨ ਬੱਚੇ ਜਿਹੜੇ ਆਈਲੈਟ ਕਰ ਕਰਕੇ ਹਰ ਜ਼ਮੀਨਾਂ ਵੇਚ ਕੇ, ਘਰ ਵੇਚ ਕੇ, ਜਾਇਦਾਦਾਂ ਵੇਚ ਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ, ਉਹਨਾਂ ਨੂੰ ਰੋਕਿਆ ਜਾ ਸਕਦਾ। ਪੰਜਾਬ ਦੇ ਵਿੱਚ ਕਾਰੋਬਾਰ ਦਾ, ਜੌਬਸ ਦਾ ਇੱਕ ਅਸੀਂ ਉਹਨਾਂ ਨੂੰ ਕੋਈ ਮੌਕਾ ਦੇ ਸਕਦੇ ਹਾਂ। ਪੰਜਾਬ 'ਚ ਇੰਡਸਟਰੀਲਾਈਜੇਸ਼ਨ ਹੋ ਸਕਦੀ। ਪੰਜਾਬ ਦੇ ਬਹੁਤ ਹੱਦ ਤੱਕ ਮਾਲੀ ਹਾਲਤ ਨੂੰ ਜੇ ਸੁਧਾਰਨੇ ਕੰਮ ਕਰਨਾ ਪਏਗਾ। ਸਭ ਭਗਵੰਤ ਸਿੰਘ ਮਾਨ ਨੇ ਮੰਗ ਤੱਕ ਵੀ ਨਹੀਂ ਰੱਖੀ ਇਸ ਕਰਕੇ, ਜਿਹੜੀ ਸਾਰਿਆਂ ਵੱਡਾ ਮੌਕਾ ਸੀ। ਚੌਥੀ ਉਸ ਤੋਂ ਇਲਾਵਾ ਇਹ ਵੀ ਚੀਜ਼ਾਂ ਹੈ ਸੀ ਨਾਲ ਫਿਰ ਕਰਤਾਰਪੁਰ ਸਾਹਿਬ। ਦੇਖੋ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਮਸ਼ਕੂਰ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਪਰਸਨਲ ਕੇਅਰ ਲਈ, ਕਿਉਂਕਿ ਸਾਰਾ ਪੰਜਾਬੀ ਜਗਤ ਦੁਨੀਆ ਭਰ ਜਾਂਦਾ ਹੈ ਕਿ ਜਿੱਥੇ ਪਹਿਲੀ ਬਾਦਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 18 ਸਾਲ ਜ਼ਿੰਦਗੀ ਦੇ ਬਿਤਾਏ, ਕਿ ਉਹ ਜਿਹੜਾ ਅਸੀਂ ਰੋਜ਼ ਅਰਦਾਸ ਵੀ ਕਰਦੇ ਸੀ ਕਿ ਵਿਛੜੇ ਹੋਏ ਗੁਰੂ ਧਾਮਾਂ ਨੂੰ ਮਿਲਾਇਆ ਜਾਏ, ਉਹ ਮੌਕਾ ਆਇਆ। ਉਹਦੇ ਵਿੱਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਵੀ ਰੋਲ ਸੀ ਪਾਕਿਸਤਾਨ ਦੇ, ਤੇ ਸਾਡੇ ਪ੍ਰਾਈਮ ਮਿਨਿਸਟਰ ਦਾ ਵੀ ਰੋਲ ਸੀ। ਤੁਸੀਂ ਕਰੋੜਾਂ ਰੁਪਏ ਲਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹ ਦਿੱਤਾ, ਖੂਬਸੂਰਤ ਬਣਾ ਦਿੱਤਾ, ਬੜਾ ਲੋਕਾਂ ਨੂੰ ਚਾਅ ਸੀ। ਲੋਕ ਇੱਕ ਪਾਸੇ ਤੇ ਜਾ ਕੇ ਸਜਦਾ ਵੀ ਕਰਦੇ, ਦੂਜੇ ਪਾਸੇ ਬਹੁਤ ਸਾਰੀਆਂ ਫੈਮਲੀਜ਼ ਜਿਨ੍ਹਾਂ ਦੇ ਆਪਣੇ ਪਰਿਵਾਰਾਂ ਦੇ ਜੀ ਸਕਿਆਂ ਵਿੱਚ ਪਾਕਿਸਤਾਨ 'ਚ ਰਹਿ ਗਏ ਸੀ ਜਾਂ ਹਿੰਦੁਸਤਾਨ 'ਚ ਰਹਿ ਗਏ ਸੀ, ਉਹ ਇੱਕ ਜਗ੍ਹਾ ਬਣ ਗਈ ਸੀ ਉਮੀਦ ਦੀ, ਜਿੱਥੇ ਬਿਨਾਂ ਵੀਜ਼ੇ ਤੋਂ ਜਾ ਕੇ ਭੈਣਾਂ, ਤੁਸੀਂ ਹੁਣ ਅਖਬਾਰਾਂ 'ਚ ਪੜ੍ਹ ਰਹੇ ਹੋ 70 75 75 ਸਾਲ ਬਾਅਦ
ਸਕੇ ਭਰਾਵਾਂ ਨੂੰ ਭੈਣਾਂ ਮਿਲਣ ਦਾ ਮੌਕਾ ਮਿਲਿਆ, ਆਪਣੇ ਕਜ਼ਨ ਬ੍ਰਦਰਸ ਦਾ, ਸਕੇ ਭਰਾਵਾਂ ਦਾ, ਚਾਚਿਆਂ ਦਾ, ਬਾਬਿਆਂ ਨੂੰ ਮੌਕਾ ਮਿਲਿਆ ਸਾਨੂੰ ਇੱਕ ਦੂਜੇ ਨੂੰ ਮਿਲਣ ਦਾ, ਜਿੱਥੇ ਦਰਸ਼ਨ ਵੀ ਕੀਤੇ, ਇਹ ਵੀ ਕੀਤਾ। ਹੁਣ ਕਰੋਨਾ ਦੀ ਵਜ੍ਹਾ ਕਰ ਤੇ ਸਿਕਿਉਰਿਟੀ ਦੀ ਕੁਝ ਰੀਜ਼ਨਸ ਕਰ ਹੁਣ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਿਲਕੁਲ ਬੰਦ ਹੈ। ਅਸੀਂ ਮੰਗ ਕਰ ਸਕਦੇ ਕਿ ਕਿਰਪਾ ਕਰਕੇ ਕਰੋਨਾ ਓਵਰ ਹੋ ਗਿਆ, ਤੁਸੀਂ ਸਾਡਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਜਾਏ। ਉਹੀ ਉੱਥੇ ਵੇਖੋ ਇੱਕ ਵਾਰ ਮੰਗ ਨਹੀਂ ਇਹਨਾਂ ਨੇ ਕੀਤੀ, ਇਹ ਬੜਾ ਮੌਕਾ ਹੈ। ਫੇਰ ਵੇਖੋ ਇੱਕ ਚੀਜ਼ ਸਿੱਧੀ ਤੌਰ 'ਤੇ ਸਾਲਾਲ ਸਿੰਘ ਜੀ, ਜਿੰਨਾ ਚਿਰ ਇੰਟਰਨੈਸ਼ਨਲ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਸੈਂਟਰਲ ਏਸ਼ੀਆ ਵਾਸਤੇ ਖੁੱਲ੍ਹਦਾ ਨਹੀਂ, ਜਿੱਥੇ ਅਸੀਂ ਵੇਖਦੇ ਹਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਦੋਨੋਂ ਪਾਸੇ ਦੇ ਲੋਕ ਹਰ ਰੋਜ਼ ਜਿਹੜਾ ਸਾਡਾ ਸਲੂਟ ਹੈ ਉਹਨੂੰ ਜਾ ਕੇ ਵੇਖਦੇ ਨੇ। ਉੱਥੇ ਬਾਰਡਰ ਖੋਲ੍ਹਣ ਦੀ ਲੋੜ ਹੈ। ਬਾਰਡਰ ਖੁੱਲ੍ਹੇਗਾ ਤਾਂ ਸਾਰਿਆਂ ਨੂੰ ਵੱਡਾ ਟ੍ਰੇਡਿੰਗ ਸੈਂਟਰ ਹਿੰਦੁਸਤਾਨ 'ਚ ਅੰਮ੍ਰਿਤਸਰ, ਇਹ ਸਾਡੀ ਪੰਜਾਬ ਦੀ ਧਰਤੀ ਬਣ। ਸਾਡੇ ਕੋਲ ਕੋਈ ਪੋਰਟ ਹੈ ਨਹੀਂ, ਇੱਕੋ ਰਸਤਾ ਹੈ ਪੰਜਾਬ ਦੀ ਤਰੱਕੀ ਦਾ। ਜੇ ਅੰਮ੍ਰਿਤਸਰ ਦਾ ਬਾਰਡਰ ਖੁੱਲ੍ਹੇਗਾ ਸਾਰਾ ਸੈਂਟਰਲ ਏਸ਼ੀਆ ਖੁੱਲ੍ਹ ਜਾਏਗਾ, ਪਾਕਿਸਤਾਨ ਖੁੱਲ੍ਹ ਜਾਏਗਾ, ਮਾਰਕੀਟ ਅਫਗਾਨਿਸਤਾਨ ਦੀ ਮਾਰਕੀਟ ਖੁੱਲ੍ਹ ਜਾਏਗੀ, ਸੈਂਟਰਲ ਏਸ਼ੀਅਨ ਮਾਰਕੀਟ ਸਾਰੀ ਖੁੱਲ੍ਹੇਗੀ, ਤਾਂ ਹੀ ਪੰਜਾਬ ਤਰੱਕੀ ਕਰ ਪਾਏਗਾ। ਸੋ ਇਹਨਾਂ ਨੇ ਓਪਰਚੁਨਿਟੀ ਲੂਜ਼ ਕਰ। ਤੋ ਇਸੇ ਗੱਲ ਕਰ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਇਸ ਗਵਰਨਮੈਂਟ ਤੋਂ ਕੀ ਆਸ ਉਮੀਦ ਇਹਨਾਂ ਤੋਂ ਕੀ ਰੱਖੀ। Sir, coming back to